ਅਸੀਂ ਕਦੀ ਵੀ ਨਹੀਂ ਦੇਖਿਆ ਕਿ ਵੱਡੀਆਂ ਵੱਡੀਆਂ ਅਕਾਲੀ ਜਾਂ ਕਾਂਗਰਸ ਸਟੇਜਾਂ ਦੇ ਉੱਤੇ ਔਰਤਾਂ ਦੇ ਇਸ ਕਿਸਮ ਦੇ ਇਕੱਠ ਹੋਣ। ਉਹ ਨਹੀਂ ਹੁੰਦੇ ਕਿਉਂਕਿ ਉੱਥੇ ਔਰਤਾਂ ਨੂੰ ਥਾਂ ਨਹੀਂ ਮਿਲਦੀ। ਉਸ ਤੇ ਉਹੀ ਸਾਰੇ ਜਿਹੜੇ ਵੈਲਿਊਜ਼ ਹੈ, ਜਿਹੜੀਆਂ ਬਹੁਤ ਹੀ ਜਗੀਰੂ ਵੈਲਿਊਜ਼ ਹੈ, ਜਿਹਦੇ ਵਿੱਚ ਮੰਨਿਆ ਜਾਂਦਾ ਹੈ ਕਿ ਔਰਤ ਦੀ ਥਾਂ ਘਰ ਦੇ ਅੰਦਰ ਹੀ ਹੈ, ਤੇ ਜੇ ਉਹ ਬਾਹਰ ਆਉਂਦੀ ਹੈ ਤੇ ਉਹ ਜ਼ਰੂਰ ਹੀ ਉਹਦੇ 'ਚ ਕੁਝ ਕਮੀ ਹੋਏਗੀ। ਨੌਕਰੀਆਂ ਦੀ ਹੋਏ, ਸਾਡੀਆਂ ਆਂਗਨਵਾੜੀਆਂ ਦੇ ਵਿੱਚ ਭੈਣਾਂ ਲੜ ਰਹੀਆਂ ਨੇ, ਨਰਸਾਂ ਨੇ, ANMs ਨੇ, ਜਿਹੜੇ ਐਸੇ ਕਿੱਤੇ ਨੇ ਜਿਨ੍ਹਾਂ ਨੂੰ ਔਰਤਾਂ ਦਾ ਕਿੱਤਾ ਮੰਨਿਆ ਜਾਂਦਾ ਹੈ ਤੇ ਜਿਨ੍ਹਾਂ ਵਿੱਚ ਉਹਨਾਂ ਦਾ ਬੇਹੱਦ ਸ਼ੋਸ਼ਣ ਹੁੰਦਾ ਹੈ, ਸਿਰਫ ਸਰੀਰਕ ਹੀ ਨਹੀਂ, ਸਮਾਜਿਕ ਔਰ ਆਰਥਿਕ ਸ਼ੋਸ਼ਣ। ਜਿਹੜੀ ਅੱਜ ਦੀ ਸਾਡੀ ਮੌਜੂਦਾ ਸਰਕਾਰਾਂ ਹੈ ਉਹ ਉੱਤੋਂ ਤੇ ਬੜਾ ਕੁਝ ਕਹਿੰਦੀਆਂ ਹੈ ਕਿ ਅਸੀਂ ਔਰਤਾਂ ਵਾਸਤੇ ਇਹ ਕਰਨਾ ਚਾਹੁੰਦੇ ਹਾਂ, ਪਰ ਅਸਲ ਵਿੱਚ ਉਹ ਔਰਤਾਂ ਦੀ ਜਿਹੜੀ ਲੜਾਈ ਦੀ ਜ਼ਮੀਨ ਹੈ ਉਹੀ ਦੇਣ ਨੂੰ ਤਿਆਰ ਨਹੀਂ ਹੈ। ਉਹਨੂੰ ਹੀ ਉਹਨਾਂ ਨੇ ਵੈਪਨਾਈਜ਼ ਕੀਤਾ ਹੋਇਆ ਹੈ। ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਸੀ ਕਿ ਔਰਤਾਂ ਦਾ ਇੱਥੇ ਕੀ ਕੰਮ, ਔਰਤਾਂ ਨੂੰ ਵਾਪਸ ਭੇਜ ਦਿਓ, ਉਹਨਾਂ ਨੂੰ ਠੰਡ ਲੱਗਦੀ ਹੋਏਗੀ, ਉਹਨਾਂ ਨੂੰ ਨਹੀਂ। ਔਰਤਾਂ ਨੇ ਕਿਹਾ ਅਸੀਂ ਕੋਈ ਸਮਾਨ ਨਹੀਂ ਆ, ਅਸੀਂ ਕੋਈ ਆਟੇ ਦਾਲ ਦੀਆਂ ਬੋਰੀਆਂ ਨਹੀਂ ਆ ਕਿ ਜਿਨ੍ਹਾਂ ਨੂੰ ਜਦੋਂ ਟਰਾਲੀਆਂ ਭਰ ਕੇ ਮਰਦ ਕਿਸਾਨ ਇੱਥੇ ਆ ਰਹੇ ਸੀ ਨਾਲ ਰੱਖ ਲਿਆ ਹੈ ਤੇ ਹੁਣ ਸੁਪਰੀਮ ਕੋਰਟ ਨੇ ਕਿਹਾ ਵਾਪਸ ਜਾਂਦੀਆਂ। ਅਸੀਂ ਹੱਕ ਮੰਗਦੀਆਂ ਔਰਤਾਂ ਤੇ ਹੱਕ ਲੈ ਕੇ ਜਾਵਾਂਗੀਆਂ। ਉਹ ਔਰਤਾਂ ਹੁਣ ਇੱਕ ਕਾਫੀ ਵੱਡੀ ਪਲਾਂਘ ਜਿਹੜੀ ਹੈ ਪੁੱਟ ਚੁੱਕੀਆਂ ਹੈ ਔਰ ਉਹ ਘਰਾਂ ਤੋਂ ਹੁਣ ਬਾਹਰ ਨਿਕਲ ਆਈਆਂ ਹੈ। ਮੈਂ ਇੱਕ ਲੇਖ ਵੀ ਲਿਖਿਆ ਸੀ ਤੇ ਮੈਂ ਕਿਹਾ ਸੀ ਹੁਣ ਘਰਾਂ ਨੂੰ ਪਰਤਣਾ ਮੁਸ਼ਕਲ ਹੈ। ਹੁਣ ਔਰਤਾਂ ਬਾਹਰ ਆ ਚੁੱਕੀਆਂ ਹੈ, ਉਹਨਾਂ ਨੇ ਜਨਤਕ ਪੇੜ ਮੜ ਲਿੱਤਾ ਹੈ। ਹੁਣ ਉਹ ਉਦੋਂ ਤੱਕ ਇੱਥੋਂ ਨਹੀਂ ਜਾਣਗੀਆਂ ਜਦੋਂ ਆਪਣੇ ਤੇ ਹੁੰਦੇ ਅਤਿਆਚਾਰਾਂ ਨੂੰ, ਆਪਣੇ ਤੇ ਜਿਹੜਾ ਪਿਆ ਦਾਬਾ ਹੈ ਉਹਨੂੰ ਉਹ ਚੈਲੰਜ ਨਹੀਂ ਕਰ ਦਿੰਦੀਆਂ ਔਰ ਉਹ ਕਰਦੀਆਂ ਪਈਆਂ ਹੈ। ਜਿਹੜੀ ਵੀ ਸਾਡੀ ਰਿਆਸਤ ਹੈ, ਸਟੇਟ ਹੈ, ਉਹ ਔਰਤ ਨੂੰ ਸਿਰਫ ਟੋਕਨ ਰਿਪਰੈਜ਼ੈਂਟੇਸ਼ਨ ਦਿੰਦੀ ਹੈ। ਉਹਨਾਂ ਦੀ ਜਿਹੜੀ ਇੰਪਾਵਰਮੈਂਟ ਹੈ, ਜਿਹੜਾ ਉਹਨਾਂ ਦੀ ਇੱਕ ਮੌਜੂਦਗੀ ਬਰਾਬਰ ਦੀ ਉਹ ਨਹੀਂ ਮੰਨਦੀ। ਕਿਸਾਨੀ ਕੋਲ ਦੇ ਵਿੱਚ ਅਸੀਂ ਉਹ ਚੀਜ਼ ਟੁੱਟਦੀ ਦੇਖੀ ਹੈ। ਬੱਚੀ ਜੋ ਕੈਲਕਟਾ ਤੋਂ ਆਈ ਸੀ, ਮੋਮਿਤਾ, ਜਿਹਦੀ ਬਾਅਦ ਵਿੱਚ ਕੋਰੋਨਾ ਦੇ ਨਾਲ ਡੈਥ ਹੋਈ, ਪਰ ਉਸ ਕੁੜੀ ਦਾ ਸਾਨੂੰ ਪਤਾ ਚੱਲਿਆ ਬਾਅਦ ਵਿੱਚ ਕਿ ਅਸਲ ਵਿੱਚ ਉਹਦੇ ਨਾਲ ਉਹਨੇ ਸਰੀਰਕ ਸ਼ੋਸ਼ਣ ਦੀ ਜਿਹੜੀ ਘਟਨਾ ਉਹਦੇ ਨਾਲ ਹੋਈ ਸੀ ਔਰ ਉਸ ਘਟਨਾ ਨੂੰ ਬਹੁਤ ਜ਼ਿਆਦਾ ਜਿਹੜੀਆਂ ਜਥੇਬੰਦੀ ਵੱਲੋਂ ਟੇਕ ਅਪ ਨਹੀਂ ਕੀਤਾ ਗਿਆ। ਉਦੋਂ ਇਸ ਤਰ੍ਹਾਂ ਦਾ ਮਾਹੌਲ ਬਣਿਆ ਕਿ ਸ਼ਾਇਦ ਇਹ ਕਰਨ ਦੇ ਨਾਲ ਮੋਰਚੇ ਨੂੰ ਠੇਸ ਲੱਗ ਸਕਦੀ ਹੈ, ਇਹ ਮੋਰਚਾ ਬਦਨਾਮ ਹੋ ਸਕਦਾ ਹੈ। ਪਰ ਉਦੋਂ ਵੀ ਅਸੀਂ ਔਰਤਾਂ ਨੇ, ਬਹੁਤ ਸਾਰੀਆਂ ਹੋਰ ਔਰਤਾਂ ਨੇ ਕਿਹਾ ਸੀ ਨਹੀਂ, ਇਹਨੂੰ ਸਿੱਧੇ ਇਹਦੇ ਨਾਲ ਨਜਿੱਠੋ। ਜਿਹੜੇ ਲੋਕਾਂ ਨੇ ਗਲਤੀ ਕੀਤੀ ਹੈ ਉਹਨਾਂ ਦਾ ਨਾਂ ਲਓ, ਉਹਨਾਂ ਨੂੰ ਸਜ਼ਾ ਦਿਓ। ਸਤਿ ਸ਼੍ਰੀ ਅਕਾਲ। ਹਰ ਸਟੋਰੀ ਸ਼ੋਅ ਵਿਦ ਰਮਨ ਤੂਰ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਔਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਮੈਂ ਆਪਣੇ ਇਸ ਸ਼ੋਅ ਦਾ ਸ਼ੂਟ ਜਿਹੜਾ ਹੈਗਾ ਉਹ ਟਿਕਰੀ ਬਾਰਡਰ ਤੋਂ ਕਰ ਰਹੀ ਹਾਂ, ਖਾਸ ਤੌਰ ਤੇ ਉਸ ਦਿਨ ਜਦੋਂ ਕਿਸਾਨੀ ਮੋਰਚੇ ਨੂੰ ਅੱਜ ਪੂਰਾ 1 ਸਾਲ ਬੀਤ ਗਿਆ ਔਰ ਪੂਰੇ 1 ਸਾਲ ਬਾਅਦ ਜਦੋਂ ਪਹਿਲੇ ਦਿਨ ਕਿਸਾਨ ਜਿਹੜੇ ਆ ਪੰਜਾਬ ਦੇ ਵਿਹੜੇ 'ਚ ਉੱਠ ਕੇ ਦਿੱਲੀ ਵੱਲ ਨੂੰ ਤੁਰੇ ਸੀ, ਉਦੋਂ ਸੋਚਿਆ ਨਹੀਂ ਸੀ ਕਿ ਅਸੀਂ ਪੂਰੇ 1 ਸਾਲ ਬਾਅਦ ਜਿੱਤ ਹਾਸਲ ਕਰ ਲਵਾਂਗੇ। ਪਰ ਸ਼ਹਾਦਤਾਂ ਦੇ ਨਾਲ, ਜਿਹਦੇ ਵਿੱਚ ਔਰਤਾਂ ਨੇ ਵੀ ਸ਼ਹਾਦਤ ਦਿੱਤੀ, ਜਿਹਦੇ ਵਿੱਚ ਬੱਚਿਆਂ ਨੇ ਵੀ ਸ਼ਹਾਦਤ ਦਿੱਤੀ, ਜਿਹਦੇ ਵਿੱਚ ਬਜ਼ੁਰਗਾਂ ਨੇ ਵੀ ਸ਼ਹਾਦਤ ਦਿੱਤੀ। ਸੋ ਇਸ ਮੋਰਚੇ ਦੇ ਉੱਤੇ ਮੌਜੂਦ ਆ ਔਰ ਇਸ ਮੋਰਚੇ ਦੇ ਵਿੱਚ ਵੱਧ ਚੜ ਕੇ ਸਾਡੀਆਂ ਘਰੇ ਬੈਠੀਆਂ ਜਿਹੜੀਆਂ ਸਵਾਣੀਆਂ, ਜਿਹੜੀਆਂ ਪੜ੍ਹੀਆਂ ਲਿਖੀਆਂ ਨਹੀਂ ਆ, ਘਰ ਦੇ ਕੰਮ ਕਰਨ ਵਾਲੀਆਂ, ਜਿਨ੍ਹਾਂ ਨੂੰ ਪੈਰ ਦੀ ਜੁੱਤੀ, ਰੋਟੀਆਂ ਪਕਾਉਣ ਵਾਲੀਆਂ ਕਿਹਾ ਜਾਂਦਾ, ਉਹਨਾਂ ਦਾ ਵੀ ਬਰਾਬਰ ਦਾ ਯੋਗਦਾਨ ਰਿਹਾ ਤੇ ਉਹਨਾਂ ਔਰਤਾਂ ਦਾ ਵੀ ਜਿਹੜੀਆਂ ਪੜ੍ਹ ਲਿਖ ਕੇ ਕਿਸੇ ਚੰਗੇ ਮੁਕਾਮ ਦੇ ਉੱਤੇ ਬੈਠੀਆਂ, ਜਿਨ੍ਹਾਂ ਨੂੰ ਸਮਾਜ ਦੀ ਸਮਝ ਆ, ਉਹਨਾਂ ਔਰਤਾਂ ਦਾ ਵੀ ਬਰਾਬਰ ਦਾ ਯੋਗਦਾਨ ਰਿਹਾ। ਸੋ ਹਰ ਸਟੋਰੀ ਸ਼ੋਅ ਦੇ ਵਿੱਚ ਜਿਸ ਔਰਤ ਦੀ ਕਹਾਣੀ ਦੇ ਨਾਲ ਕਿਸਾਨੀ ਅੰਦੋਲਨ ਦੀ ਕਹਾਣੀ ਸੁਣਾਂਗੇ, ਉਹਨੇ ਨਵਸ਼ਰਨ ਕੌਰ। ਤੁਹਾਨੂੰ ਸਭ ਨੂੰ ਯਾਦ ਹੋਊਗਾ ਭਾਈ ਮੰਨਾ ਸਿੰਘ ਗੁਰਸ਼ਰਨ ਭਾਜੀ, ਪੰਜਾਬੀ ਨਾਟਕਕਾਰੀ ਦਾ ਇੱਕ ਵੱਡਾ ਨਾਮ। ਉਹਨਾਂ ਦੀ ਬੇਟੀ ਦੇ ਨਾਲ ਮੌਜੂਦ ਆ, ਉਹਨਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਦੇ ਨਾਲ ਮੋਰਚੇ ਦੀ ਕਹਾਣੀ ਸੁਣਦੇ ਆ ਤੇ ਨਾਲ ਔਰਤ ਦੀ ਤਰਾਸਦੀ ਦੀ ਕਹਾਣੀ ਵੀ ਸੁਣਦੇ ਆ। ਬਹੁਤ ਬਹੁਤ ਸਵਾਗਤ ਤੁਹਾਡਾ। ਬਹੁਤ ਮਿਹਰਬਾਨੀ ਰਮਨ, ਬਹੁਤ ਖੁਸ਼ੀ ਹੈ ਤੁਹਾਡੇ ਨਾਲ ਜੁੜ ਕੇ।
ਪਹਿਲਾਂ ਤਾਂ ਇਸ ਤੋਂ ਪਹਿਲਾਂ ਕਿ ਅਸੀਂ ਕਿਸਾਨੀ ਮੋਰਚੇ ਵਿੱਚ ਔਰਤਾਂ ਦੇ ਯੋਗਦਾਨ ਦੀ ਗੱਲ ਕਰੀਏ, ਮੈਂ ਚਾਹੁੰਦੀ ਹਾਂ ਥੋੜਾ ਜਿਹਾ ਤੁਹਾਡੀ ਪਰਸਨਲ ਲਾਈਫ ਬਾਰੇ ਪਤਾ ਲੱਗ ਜਾਵੇ, ਕਿਉਂਕਿ ਤੁਸੀਂ ਬਹੁਤ ਇੱਕ ਕਹਿ ਲਓ ਕਿ ਖੂਬਸੂਰਤ ਨਾਮ ਦੇ ਨਾਲ ਤੁਹਾਡਾ ਨਾਮ ਜੁੜਦਾ, ਤੇ ਉਸ ਤੋਂ ਬਾਅਦ ਦੀ ਜ਼ਿੰਦਗੀ ਤੁਸੀਂ ਇਹ ਵੀ ਮੈਨੂੰ ਪਤਾ ਲੱਗਿਆ ਕਿ ਕੈਨੇਡਾ ਤੋਂ ਆ ਕੇ ਦੁਬਾਰਾ ਕਿਸਾਨੀ ਮੋਰਚੇ ਦੇ ਵਿੱਚ ਇੱਥੇ ਡਟ ਗਏ ਹੋ। ਸੋ ਇੱਕ ਬਰੀਫ ਦੇ ਵਿੱਚ ਆਪਣੀ ਸਟੋਰੀ ਜ਼ਰੂਰ ਪਰਸਨਲ ਸ਼ੇਅਰ ਕਰ ਦਿਓ ਸਾਡੇ ਨਾਲ। ਮੈਨੂੰ ਮਾਣ ਹੈ ਜੀ ਕਿ ਮੈਂ ਸਰਦਾਰ ਗੁਰਸ਼ਰਨ ਸਿੰਘ ਨਾਟਕਕਾਰ ਦੀ ਬੇਟੀ ਹਾਂ। ਮੈਨੂੰ ਸੰਘਰਸ਼ਾਂ ਦੇ ਵਿੱਚ ਕੁੱਦਣਾ ਤੇ ਇੱਕ ਚੰਗੀ ਜੀਵਨ ਜਾਂਚ ਲਈ ਇੱਕ ਨਿਆਂ ਵਾਲਾ ਸਮਾਜ ਬਣਾਉਣ ਦੀ ਗੁੜਤੀ ਆਪਣੇ ਪਰਿਵਾਰ ਤੋਂ ਹੀ ਮਿਲੀ। ਮੇਰੇ ਪਿਤਾ, ਮੇਰੀ ਮਾਂ, ਉਹਨਾਂ ਨੇ ਹਮੇਸ਼ਾ ਹੀ ਸਾਨੂੰ ਅੱਗੇ ਵਧਣ ਵਾਸਤੇ, ਲੋਕਾਂ ਦੀ ਗੱਲ ਕਰਨ ਵਾਸਤੇ, ਲੋਕਾਂ ਦੇ ਵਿੱਚ ਵਿਚਰਨ ਵਾਸਤੇ ਤੇ ਲੋਕਾਂ ਦੀ ਹੱਕ ਸੱਚ ਦੀ ਕਿਸੇ ਵੀ ਲੜਾਈ ਵਿੱਚ ਹਮੇਸ਼ਾ ਭਾਗ ਲੈਣ ਵਾਸਤੇ ਹੀ ਪ੍ਰੇਰਣਾ ਦਿੱਤੀ। ਤੇ ਉਸੇ ਦੇ ਸਦਕਾ, ਆਪਣੇ ਪਿਤਾ ਤੇ ਆਪਣੀ ਮਾਂ ਦੇ ਪ੍ਰੇਰਣਾ ਸਦਕਾ ਮੈਂ ਪਿਛਲੇ ਬਹੁਤ ਸਾਲਾਂ ਤੋਂ ਮਨੁੱਖੀ ਹੱਕਾਂ ਤੇ ਔਰਤਾਂ ਦੇ ਹੱਕਾਂ ਦੇ ਉੱਤੇ ਕੰਮ ਕਰਦੀ ਰਹੀ ਹਾਂ। ਮੈਂ ਹੁਣੇ ਕੈਨੇਡਾ ਤੋਂ ਨਹੀਂ ਆਈ, ਮੈਂ ਕੈਨੇਡਾ ਵਿੱਚ PhD ਕਰਨ ਗਈ ਸੀ। 7-8 ਸਾਲ ਮੈਂ ਕੈਨੇਡਾ ਰਹੀ ਤੇ ਫਿਰ ਵਾਪਸ ਆ ਕੇ ਹੁਣ ਮੈਂ ਪਿਛਲੇ 20 ਸਾਲਾਂ ਤੋਂ ਇੱਥੇ ਹੀ ਰਹਿੰਦੀ ਹਾਂ। ਮੈਂ ਪਹਿਲਾਂ ਯੂਨੀਵਰਸਿਟੀ ਵਿੱਚ ਪੜ੍ਹਾਉਂਦੀ ਸੀ, ਫਿਰ ਮੈਂ ਇੱਕ ਰਿਸਰਚ ਆਰਗੇਨਾਈਜੇਸ਼ਨ ਜੁਆਇਨ ਕੀਤੀ ਜਿਹਦੇ ਵਿੱਚ ਮੈਂ ਖਾਲੀ ਲਿਖਣ ਪੜ੍ਹਨ ਦਾ ਹੀ ਕੰਮ ਕਰ ਰਹੀ ਸੀ, ਤੇ ਇਸ ਮਾਰਚ ਦੇ ਵਿੱਚ ਮੈਂ ਨੌਕਰੀ ਵੀ ਛੱਡ ਦਿੱਤੀ ਕਿਸਾਨੀ ਕੋਲ ਨੂੰ ਮਾਨਣ ਲਈ। ਤੇ ਉਹਦਾ ਜਿਸ ਤਰ੍ਹਾਂ ਵੀ ਛੋਟਾ ਮੋਟਾ ਸਾਥ ਮੈਂ ਦੇ ਸਕਦੀ ਸੀ, ਉਹ ਸਾਥ ਪੂਰੇ ਦਿਲ ਨਾਲ ਦੇਣ ਲਈ ਮੈਂ ਨਾਲ ਜੁੜ ਗਈ। ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਬਰਾਬਰ ਦੀ ਜਿਹੜੀ ਇੱਕ ਕਹਿ ਲਓ ਕਿ ਅਹੁਦਾ ਦੇਣ ਦੀ, ਬਰਾਬਰੀ ਦੇਣ ਦੀ ਗੱਲ ਕੀਤੀ ਸੀ। ਉਸ ਤੋਂ ਬਾਅਦ ਅਸੀਂ ਕਿੱਥੇ ਖੜੇ ਹਾਂ, ਸਾਡੀ ਹਕੀਕਤ ਕੀ ਹੈ, ਇਹਦੇ ਤੋਂ ਕੋਈ ਅਣਜਾਣ ਨਹੀਂ ਆ। ਉਸ ਤੋਂ ਬਾਅਦ ਜੇ ਡਟ ਕੇ ਪਹਿਰਾ ਦਿੱਤਾ ਤੇ ਭਾਈ ਮੰਨਾ ਸਿੰਘ ਨੇ ਦਿੱਤਾ, ਗੁਰਸ਼ਨ ਭਾਜੀ ਨੇ ਡਟ ਕੇ ਇਸ ਚੀਜ਼ ਦੇ ਉੱਤੇ ਪਹਿਰਾ ਦਿੱਤਾ। ਕਿਸਾਨੀ ਮੋਰਚੇ ਦੇ ਸੰਦਰਭ 'ਚ ਬਾਅਦ 'ਚ ਗੱਲ ਕਰਦੇ ਹਾਂ। ਜੇ ਕਿਸਾਨੀ ਮੋਰਚੇ ਤੋਂ ਪਹਿਲਾਂ ਦੀ ਗੱਲ ਕਰੀਏ ਤੇ ਇਸ ਮਾਡਰਨ ਸਮਾਜ ਦੇ ਵਿੱਚ ਔਰਤ ਪੜ੍ਹ ਲਿਖ ਗਈ ਆ ਜੀ, ਆਪਣੀ ਮਰਜ਼ੀ ਦੇ ਕੱਪੜੇ ਪਾ ਸਕਦੀ ਆ, ਉਹ ਜਿੱਥੇ ਕਿਤੇ ਮਰਜ਼ੀ ਜਾ ਸਕਦੀ ਆ, ਉਹਦੇ ਬਾਵਜੂਦ ਕਿੱਥੇ ਖੜਿਆ ਦੇਖਦੇ ਸੀ ਔਰਤ ਨੂੰ? ਦੇਖੋ, ਔਰਤਾਂ ਦੀ ਜਿਹੜਾ ਆਜ਼ਾਦੀ ਦੀ, ਔਰਤਾਂ ਦੀ ਬਰਾਬਰੀ ਦੀ ਜਿਹੜੀ ਲੜਾਈ ਹੈ, ਉਹ ਲੰਮੀ ਲੜਾਈ ਹੈ। ਮੇਰੇ ਪਿਤਾ ਨੇ ਵੀ ਉਹ ਲੜਾਈ, ਤੁਸੀਂ ਆਪ ਹੀ ਕਿਹਾ, ਉਹਨਾਂ ਨੇ ਬੜੀ ਵਧੀਆ ਤਰੀਕੇ ਨਾਲ ਉਹ ਲੜਾਈ ਲੜੀ। ਉਹ ਜਦੋਂ ਪਿੰਡਾਂ ਵਿੱਚ ਆਪਣੇ ਨਾਟਕ ਕਰਨ ਜਾਂਦੇ ਸੀ ਤੇ ਉਨੀ ਦੇਰ ਤੱਕ ਨਾਟਕ ਸ਼ੁਰੂ ਨਹੀਂ ਸੀ ਕਰਦੇ ਜਿੰਨੀ ਦੇਰ ਤੱਕ ਔਰਤਾਂ ਆ ਕੇ ਪੰਡਾਲ 'ਚ ਬਹਿ ਨਹੀਂ ਜਾਂਦੀਆਂ ਸੀ। ਤੇ ਜੇ ਉਹ ਨਹੀਂ ਆਉਂਦੀਆਂ ਸੀ ਤੇ ਉਹ ਤੁਰ ਪੈਂਦੇ ਸੀ ਪਿੰਡਾਂ ਦੀਆਂ ਗਲੀਆਂ ਵਿੱਚ ਤੇ ਔਰਤਾਂ ਨੂੰ ਕਹਿੰਦੇ ਸੀ, ਆ ਜਾਓ, ਇੱਥੇ ਸੁਣੋ, ਬੈਠੋ ਤੇ ਆਪਣੀਆਂ ਜਿਹੜੀਆਂ ਮਸਤਕ ਹੈ ਉਹਨੂੰ ਰੋਸ਼ਨ ਕਰੋ, ਰੋਟੀਆਂ ਫਿਰ ਵੀ ਪੱਕ ਜਾਣਗੀਆਂ। ਇਹ ਉਹਨਾਂ ਨੂੰ ਸ਼ੁਰੂ ਵਿੱਚ ਹੀ ਕਰਨਾ ਪਿਆ। ਬਾਅਦ ਦੇ ਵਿੱਚ ਔਰਤਾਂ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਣ ਲੱਗੀਆਂ। ਇਸ ਤਰ੍ਹਾਂ ਇੱਕ ਸੱਭਿਆਚਾਰਕ ਪੀੜ ਤੋਂ ਇਹ ਸ਼ੁਰੂਆਤ ਹੋਈ ਕਿ ਔਰਤਾਂ ਨੂੰ ਉਹਨਾਂ ਦੇ ਘਰਾਂ ਚੋਂ ਕੱਢ ਕੇ ਬਾਹਰ ਜਨਤਕ ਪਿੜਾਂ ਵਿੱਚ ਲਿਆਂਦਾ ਜਾਏ। ਤੇ ਇੱਕ ਵਾਰੀ ਉਹ ਜਨਤਕ ਪਿੜਾਂ ਦੇ ਵਿੱਚ ਆਈਆਂ ਤੇ ਫਿਰ ਉਹਨਾਂ ਨੇ ਆਪਣੀ ਪਹਿਚਾਣ ਬਣਾਉਣੀ ਸ਼ੁਰੂ ਕੀਤੀ। ਫਿਰ ਉਹ ਕੋਲਾਂ ਦੇ ਨਾਲ ਜੁੜਨ ਲੱਗੀਆਂ। ਇਸੇ ਤਰ੍ਹਾਂ ਹੀ ਸਾਡਾ ਵਿਦਿਆਰਥੀ ਅੰਦੋਲਨ ਹੈ ਪੰਜਾਬ ਦੇ ਵਿੱਚ, ਉਹਨੇ ਵੀ ਇੱਕ ਬਹੁਤ ਵੱਡੀ ਭੂਮਿਕਾ ਨਿਭਾਈ, ਔਰਤਾਂ ਨੂੰ, ਕੁੜੀਆਂ ਨੂੰ ਬਾਹਰ ਕੱਢਣ ਦੀ, ਲੜਾਈ ਵਿੱਚ ਸ਼ਾਮਲ ਹੋਣ ਦੀ। ਉਹੀ ਅੱਜ ਜਿਹੜਾ ਸਾਡਾ ਪੂਰਾ ਹੈਰੀਟੇਜ ਹੈ, ਅਸੀਂ ਕਹਿੰਦੇ ਹਾਂ ਸਾਡਾ ਇੱਕ ਸੱਭਿਆਚਾਰ, ਹਾਂ, ਜਿਹੜਾ ਸਾਡਾ ਵਿਰਸਾ ਹੈ, ਉਹੀ ਅੱਜ ਇਹ ਰੰਗ ਦਿਖਾ ਰਿਹਾ ਹੈ ਕਿ ਅੱਜ ਜਦੋਂ ਇੱਥੇ ਲੱਖ ਬੰਦਾ ਬੈਠਾ ਹੈ ਤੇ 50,000 ਉਹਨਾਂ 'ਚੋਂ ਔਰਤਾਂ ਹੈ। ਤੇ ਮੈਂ ਸਮਝਦੀ ਹਾਂ ਕਿ ਇਹ ਔਰਤ ਦੀ ਜਿਹੜੀ ਬਰਾਬਰੀ ਦਾ ਸਮਾਜ ਵੱਲ ਵਧਾਉਣ ਵੱਲ ਜਿਹੜਾ ਕਦਮ ਹੈ, ਉਹ ਤੇ ਇੱਕ ਲਗਾਤਾਰ ਲੜਾਈ ਹੈ ਜਿਹੜੀ ਲੜੀ ਜਾਏਗੀ। ਪਰ ਜੇ ਔਰਤਾਂ ਉਹਨੂੰ ਅੱਜ ਸਾਹਮਣੇ ਹੋ ਕੇ ਲੜ ਰਹੀਆਂ ਨੇ ਤੇ ਜ਼ਰੂਰ ਹੈ ਕਿ ਅਸੀਂ ਬਹੁਤ ਅੱਗੇ ਵਧੇ ਹਾਂ। ਇਸ ਕਿਸਾਨੀ ਕੋਲ ਦੇ ਵਿੱਚ ਜਿਸ ਤਰ੍ਹਾਂ ਔਰਤਾਂ ਸਾਹਮਣੇ ਆਈਆਂ ਔਰ ਜਿਸ ਤਰ੍ਹਾਂ ਉਹਨਾਂ ਨੇ ਆਪਣੀਆਂ ਮੰਗਾਂ ਕਿਸਾਨੀ ਕੋਲ ਨਾਲ ਜੋੜੀਆਂ, ਉਹ ਇੱਕ ਲਾਮਿਸਾਲ ਗੱਲ ਹੈ। ਔਰ ਉਹਦੇ ਨਾਲ ਜਿਹੜਾ ਬਰਾਬਰੀ ਦਾ ਸਮਾਜ ਉਸਾਰਨ ਵਿੱਚ ਉਹ ਔਰਤਾਂ ਹੁਣ ਇੱਕ ਕਾਫੀ ਵੱਡੀ ਪਲਾਂਘ ਜਿਹੜੀ ਹੈ ਪੁੱਟ ਚੁੱਕੀਆਂ ਹੈ ਔਰ ਉਹ ਘਰਾਂ ਤੋਂ ਹੁਣ ਬਾਹਰ ਨਿਕਲ ਆਈਆਂ ਹੈ। ਮੈਂ ਇੱਕ ਲੇਖ ਵੀ ਲਿਖਿਆ ਸੀ ਤੇ ਮੈਂ ਕਿਹਾ ਸੀ, ਹੁਣ ਘਰਾਂ ਨੂੰ ਪਰਤਣਾ ਮੁਸ਼ਕਲ ਹੈ। ਹੁਣ ਔਰਤਾਂ ਬਾਹਰ ਆ ਚੁੱਕੀਆਂ ਹੈ, ਉਹਨਾਂ ਨੇ ਜਨਤਕ ਪੇੜ ਮਲ ਲਿੱਤਾ ਹੈ। ਹੁਣ ਉਦੋਂ ਤੱਕ ਇੱਥੋਂ ਨਹੀਂ ਜਾਣਗੀਆਂ ਜਦੋਂ ਆਪਣੇ ਤੇ ਹੁੰਦੇ ਅਤਿਆਚਾਰਾਂ ਨੂੰ
ਆਪਣੇ ਤੇ ਜਿਹੜਾ ਪਿਆ ਦਾਬਾ ਹੈ ਉਹਨੂੰ ਉਹ ਚੈਲੰਜ ਨਹੀਂ ਕਰ ਦਿੰਦੀਆਂ ਔਰ ਉਹ ਕਰਦੀਆਂ ਪਈਆਂ ਹੈ। ਜੀ ਪਹਿਚਾਨ ਦੀ ਗੱਲ ਕਰੀਏ ਨਵਸ਼ਰਨ ਜੀ ਕਿ ਇਸ ਕਿਸਾਨੀ ਮੋਰਚੇ ਦੇ ਵਿੱਚ ਕਿਸਾਨ ਔਰਤ ਦਿਵਸ ਮਨਾਇਆ ਗਿਆ, ਬਹੁਤ ਨਵੀਆਂ ਸ਼ੁਰੂਆਤਾਂ ਹੋਈਆਂ। ਉਸ ਤੋਂ ਪਹਿਲਾਂ ਦੀ ਜੇ ਗੱਲ ਕਰੀਏ, ਚਾਹੇ ਉਹ ਦੋ ਦੇਸ਼ਾਂ ਦੀ ਆਪਸੀ ਜੰਗ ਹੋਵੇ ਜਾਂ ਦੋ ਫਿਰਕਿਆਂ ਦੀ, ਉਹਦੇ ਵਿੱਚ ਔਰਤ ਨੂੰ ਬਹੁਤ ਈਜ਼ੀਲੀ ਟਾਰਗੇਟ ਕਰ ਲਿਆ ਜਾਂਦਾ ਕਿ ਔਰਤ ਦੇ ਸਰੀਰ ਦੇ ਨਾਲ ਖੇਡ ਕੇ ਅਸੀਂ ਦੂਜੇ ਤੋਂ ਬਦਲਾ ਲੈਣ ਦੀ ਇੱਕ ਰਾਜਨੀਤੀ ਖੇਡਦੇ ਹਾਂ। ਲੱਗਦਾ ਕਿ ਇਸ ਤੋਂ ਪਹਿਲਾਂ ਦੇ ਜਿਹੜੇ ਜਿੰਨੇ ਵੀ ਘੋਲ ਹੋਏ ਉਹਦੇ ਵਿੱਚ ਔਰਤਾਂ ਦੀ ਕਹਿ ਲਓ ਕਿ ਸ਼ਮੂਲੀਅਤ ਤੋਂ ਬਿਨਾਂ ਉਹ ਸਫਲ ਹੀ ਨਹੀਂ ਸੀ ਹੋ ਸਕਦੇ, ਪਰ ਉਹਦੇ ਬਾਵਜੂਦ ਉਹਨਾਂ ਨੂੰ ਉਹ ਪਹਿਚਾਣ ਮਿਲੀ ਨਹੀਂ, ਜਦ ਕਿ ਉਹਨਾਂ ਨੇ ਬਹੁਤ ਕੁਝ ਆਪਣੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਹੰਡਾਇਆ ਸੀ। ਇਹ ਬਿਲਕੁਲ ਗੱਲ ਤੁਸੀਂ ਠੀਕ ਕਹਿ ਰਹੇ ਹੋ। ਔਰਤਾਂ ਨੇ ਬਹੁਤ ਕੁਝ ਆਪਣੇ ਤੇ ਹੰਡਾਇਆ ਵੀ ਹੈ ਔਰ ਬਹੁਤ ਵੱਡੀਆਂ ਲੜਾਈਆਂ ਵੀ ਲੜੀਆਂ, ਪਰ ਉਹਨਾਂ ਨੂੰ ਪਹਿਚਾਨਿਆ ਨਹੀਂ ਗਿਆ। ਤੁਹਾਨੂੰ ਯਾਦ ਹੋਏਗਾ ਕਿ 15-16 ਵਿੱਚ ਜਦੋਂ ਨਰਮੇ ਦਾ ਖਰਾਬਾ ਹੋਇਆ ਸੀ ਤੇ ਉਹਦੀ ਕੰਪਨਸੇਸ਼ਨ ਵਾਸਤੇ ਕਿਸਾਨੀ ਕੋਲ ਲੜਿਆ ਗਿਆ ਸੀ। ਉਦੋਂ ਔਰਤਾਂ ਵੀ ਆ ਕੇ ਰੇਲ ਦੀਆਂ ਪਟੜੀਆਂ ਤੇ ਬੈਠ ਗਈਆਂ ਸੀ। ਉਦੋਂ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਨ ਤੇ ਉਹਨਾਂ ਨੇ ਇੱਕ ਅਖਬਾਰ ਵਿੱਚ ਆਇਆ ਕਿ ਬਾਦਲ ਸਾਹਿਬ ਕਹਿ ਬੀਬੀਆਂ ਕੌਣ ਹੈ, ਤੇ ਬਾਦਲ ਸਾਹਿਬ ਨੇ ਵੀ ਆਪਣੀਆਂ ਬੀਬੀਆਂ ਪੰਜਾਬ ਦੀਆਂ ਨਹੀਂ ਪਛਾਣੀਆਂ, ਕਿਉਂਕਿ ਸਾਡੇ ਲੋਕਾਂ ਨੂੰ ਆਦਤ ਹੈ ਬੀਬੀਆਂ ਨੂੰ ਦੇਖਣ ਦੀ ਗੁਰਦੁਆਰਿਆਂ 'ਚ ਮੱਥੇ ਟੇਕਦੀਆਂ ਨੂੰ, ਜਾਂ ਦਰਗਾਹਾਂ ਤੇ ਜਾ ਕੇ ਪੁੱਤਾਂ ਦੀ ਸਿੱਖ ਮੰਗਦੀਆਂ ਤੇ ਜਾਂ ਆਪਣੇ ਘਰਦਿਆਂ ਦੀ ਸੁੱਖ ਮੰਗਦੀਆਂ, ਜਾਂ ਮੰਦਿਰਾਂ ਦੇ ਵਿੱਚ ਟੱਲ ਖੜਕਾਉਂਦੀਆਂ। ਔਰਤਾਂ ਨੂੰ ਬਾਹਰ ਕੋਲਾਂ ਦੇ ਵਿੱਚ ਉਤਰਦੇ ਨਹੀਂ ਦੇਖਿਆ ਸੀ, ਕਿਉਂਕਿ ਦਿਖਦੀਆਂ ਨਹੀਂ ਸੀ। ਜਿਹੜੀਆਂ ਸਥਾਪਿਤ ਪਾਰਟੀਆਂ ਹੈ, ਜਿਹੜੀਆਂ ਸਿਆਸਤ ਦੇ ਨਾਲ ਜਿਸ ਤਰ੍ਹਾਂ ਦੀ ਸਥਾਪਿਤ ਸਿਆਸਤ ਹੈ ਉਹਦੇ ਨਾਲ ਜੁੜੀਆਂ ਪਾਰਟੀਆਂ ਹੈ, ਤੁਸੀਂ ਜਾਣਦੇ ਹੀ ਹੋਗੇ ਕਿ ਅਸੀਂ ਕਦੀ ਵੀ ਨਹੀਂ ਦੇਖਿਆ ਕਿ ਵੱਡੀਆਂ ਵੱਡੀਆਂ ਅਕਾਲੀ ਜਾਂ ਕਾਂਗਰਸ ਸਟੇਜਾਂ ਦੇ ਉੱਤੇ ਔਰਤਾਂ ਦੇ ਇਸ ਕਿਸਮ ਦੇ ਇਕੱਠ ਹੋਣ। ਉਹ ਨਹੀਂ ਹੁੰਦੇ ਕਿਉਂਕਿ ਉੱਥੇ ਔਰਤਾਂ ਨੂੰ ਥਾਂ ਨਹੀਂ ਮਿਲਦੀ। ਉਸ ਤੇ ਉਹੀ ਸਾਰੇ ਜਿਹੜੇ ਵੈਲਿਊਜ਼ ਹੈ, ਜਿਹੜੀਆਂ ਬਹੁਤ ਹੀ ਜਗੀਰੂ ਵੈਲਿਊਜ਼ ਹੈ, ਜਿਹਦੇ ਵਿੱਚ ਮੰਨਿਆ ਜਾਂਦਾ ਹੈ ਕਿ ਔਰਤ ਦੀ ਥਾਂ ਘਰ ਦੇ ਅੰਦਰ ਹੀ ਹੈ ਤੇ ਜੇ ਉਹ ਬਾਹਰ ਆਉਂਦੀ ਹੈ ਤੇ ਉਹ ਜ਼ਰੂਰੀ ਉਹਦੇ 'ਚ ਕੁਝ ਕਮੀ ਹੋਏਗੀ। ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਆਨ ਕਰਨਾ ਚਾਹੁੰਦੀ ਹਾਂ, ਇਹਦੇ ਵਿੱਚ ਹੀ ਤੁਸੀਂ ਉਹ ਚੀਜ਼ ਨੂੰ ਵੀ ਜੋੜਨਾ ਚਾਹੋਗੇ ਕਿ ਸਰਪੰਚੀ ਦੀਆਂ ਜਿਹੜੀਆਂ ਚੋਣਾਂ ਲੜਦੀ ਔਰਤ ਆ, ਪਰ ਸਰਪੰਚ ਅਸਲ ਦੇ ਵਿੱਚ ਉਹਦਾ ਘਰ ਵਾਲਾ ਹੀ ਹੁੰਦਾ, ਫੈਸਲੇ ਉਹੀ ਲੈਂਦਾ। ਬਿਲਕੁਲ ਅਸੀਂ ਸਰਪੰਚ ਪਤੀ, ਮੈਂ ਤੇ ਆਪ ਆਪਣੇ ਕੰਮ ਦੇ ਵਿੱਚ ਬੜੀ ਥਾਂ ਗਈ, ਪੰਜਾਬ ਵਿੱਚ ਨਹੀਂ ਪੰਜਾਬ ਤੋਂ ਬਾਹਰ ਵੀ, ਤੇ ਜਿਹੜਾ ਬੰਦਾ ਗੱਲ ਕਰ ਰਿਹਾ ਹੁੰਦਾ ਸੀ ਉਹ ਆ ਕੇ ਸਾਰੀ ਗੱਲਬਾਤ ਉਹੀ ਕਰਦਾ ਸੀ, ਤੇ ਜਦੋਂ ਥੋੜੀ ਦੇਰ ਬਾਅਦ ਪਤਾ ਲੱਗਦਾ ਸੀ ਕਿ ਇਹ ਨਹੀਂ ਹੈ, ਇਹ ਤੇ ਸਰਪੰਚ ਪਤੀ ਹੈ। ਤੇ ਇਹ ਗੱਲ ਜ਼ਰੂਰ ਹੈ। ਔਰ ਜਿਹੜੀ ਵੀ ਸਾਡੀ ਰਿਆਸਤ ਹੈ, ਸਟੇਟ ਹੈ, ਉਹ ਔਰਤ ਨੂੰ ਸਿਰਫ ਟੋਕਨ ਰਿਪਰੈਜ਼ੈਂਟੇਸ਼ਨ ਦਿੰਦੀ ਹੈ। ਉਹਨਾਂ ਦੀ ਜਿਹੜੀ ਇੰਪਾਵਰਮੈਂਟ ਹੈ, ਜਿਹੜਾ ਉਹਨਾਂ ਦੀ ਇੱਕ ਮੌਜੂਦਗੀ ਬਰਾਬਰ ਦੀ, ਉਹ ਨਹੀਂ ਮੰਨਦੀ। ਕਿਸਾਨੀ ਕੋਲ ਦੇ ਵਿੱਚ ਅਸੀਂ ਉਹ ਚੀਜ਼ ਟੁੱਟਦੀ ਦੇਖੀ ਹੈ। ਮੈਂ ਇਹ ਨਹੀਂ ਕਹਿੰਦੀ ਕਿ ਕਿਸਾਨੀ ਕੋਲ ਨੇ ਸਭ ਕੁਝ ਖਤਮ ਹੋ ਗਿਆ, ਹੁਣ ਬਰਾਬਰੀ ਹੋ ਗਈ, ਪਰ ਜਿਸ ਤਰ੍ਹਾਂ ਦੀ ਭੂਮਿਕਾ ਔਰਤਾਂ ਨੇ ਨਿਭਾਈ ਤੇ ਜਿਹੜੇ ਸਟੈਂਡ ਲੈ ਕੇ ਡਿਮਾਂਡ ਕੀਤੀ, ਕੋਈ ਵੀ ਚੀਜ਼ ਤੁਹਾਨੂੰ ਗਿਫਟ ਨਹੀਂ ਮਿਲਦਾ। ਜੇ 18 ਜਨਵਰੀ ਵਾਲਾ ਔਰਤ ਦੀ ਕੰਟਰੀਬਿਊਸ਼ਨ ਦਾ ਕਿਸਾਨੀ ਕੋਲ ਵਿੱਚ ਦਿਨ ਮਨਾਇਆ ਗਿਆ, 8 ਮਾਰਚ ਮਨਾਇਆ ਗਿਆ, ਜਾਂ ਜਦੋਂ ਸੜਕ ਸੰਸਦ ਹੋਈ ਤੇ 2 ਦਿਨ ਐਸੇ ਸੀ ਜਦੋਂ ਔਰਤਾਂ ਨੇ ਸੰਸਦ ਚਲਾਈ, ਉਹ ਇਸ ਕਰਕੇ ਹੀ ਹੋਈ ਕਿਉਂਕਿ ਔਰਤਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਸੀ ਔਰ ਔਰਤਾਂ ਨੇ ਆਪਣੀ ਪਹਿਚਾਨ ਉਹ ਬਣਾ ਚੁੱਕੀਆਂ ਸੀ ਇਸ ਕੋਲ ਦੇ ਅੰਦਰ, ਔਰ ਉਹ ਸਾਨੂੰ ਨਜ਼ਰ ਆ ਰਿਹਾ ਹੈ। ਜੀ ਇਹ ਚੀਜ਼ ਹੁੰਦੀ ਹੈ ਕਿ ਇੱਕ ਜੇ ਗਲਤੀ ਮਰਦ ਕਰਦਾ ਹੈ ਤੇ ਉਹਨੂੰ ਕਿਸੇ ਹੱਦ ਤੱਕ ਹੀ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ। ਦੂਜੇ ਪਾਸੇ ਜੇ ਬਾਈ ਚਾਂਸ ਕੋਈ ਗਲਤੀ ਔਰਤ ਕਰ ਦੇਵੇ, ਜਦ ਕਿ ਇਹ ਬਿਲਕੁਲ ਨਾਰਮਲ ਚੀਜ਼ ਆ ਕਿ ਤੁਸੀਂ ਮਨੁੱਖ ਹੋ, ਚਾਹੇ ਔਰਤ ਹੋ ਚਾਹੇ ਮਰਦ ਹੋ, ਗਲਤੀਆਂ ਕੋਈ ਵੀ ਕਰ ਸਕਦਾ, ਪਰ ਔਰਤ ਨੂੰ ਟਾਰਗੇਟ ਕਰਨਾ ਬਹੁਤ ਸੌਖਾ ਹੋ ਜਾਂਦਾ। ਅਸੀਂ ਹੀ, ਸਾਡੇ ਹੀ ਇਹ ਭਰਾ, ਸਾਡੇ ਹੀ ਇਹ ਬਾਪੂ ਜਿਹੜੇ ਹੈਗੇ ਆ, ਜਦੋਂ ਇਹ ਉੱਥੇ ਇੱਕ ਮਰਦ ਵਾਲੇ ਸਮਾਜ ਦੇ ਵਿੱਚ ਵਿਚਰਦੇ ਆ ਤੇ ਉਹ ਬੜੀ ਅਜੀਬ ਕਿਸਮ ਨਾਲ ਆਲੋਚਨਾ ਹੁੰਦੀ ਹੈ। ਜੇ ਤੁਹਾਡੇ ਵਾਲ ਕੱਟੇ ਹੋਏ ਆ, ਉਹ ਕਹਿੰਦੇ ਵੀ ਇਹ ਅਪਰੋਚ ਕਰ ਰਹੀ ਆ, ਇਹਦੇ ਨਾਲ ਇਦਾਂ ਹੋਣਾ ਹੀ ਚਾਹੀਦਾ ਸੀ। ਜੇ ਕੱਪੜੇ ਤੁਸੀਂ ਕੁਛ ਅਲੱਗ ਪਾ ਲਏ, ਜੀਨ ਪਾ ਲਈ, ਤਾਂ ਕੀ ਇਹ ਕਿਸ ਹੱਦ ਤੱਕ ਜਾਇਜ਼ ਆ? ਬਦਲ ਜਾਣ ਦੀ ਕੋਈ ਸੂਰਤ ਦਿਖਦੀ ਆ? ਬਿਲਕੁਲ ਬਦਲ ਜਾਣ ਦੀ ਸੂਰਤ ਦਿਖ ਰਹੀ ਹੈ। ਮੈਨੂੰ ਲੱਗਦਾ ਹੈ ਕਿ ਔਰਤਾਂ ਨੇ
ਇਹ ਔਖੀ ਲੜਾਈ ਹੈ। ਇਹ ਸਮਾਜਿਕ ਪੱਧਰ ਦੀ, ਇਹ ਕਲਚਰਲ ਜਿਹੜੀਆਂ ਵੈਲਿਊਜ਼ ਹੈ ਉਹਨਾਂ ਨੂੰ ਚੇਂਜ ਕਰਨ ਦੀ ਲੜਾਈ ਹੈ। ਅੱਜ ਜਿਹੜਾ ਕਿਸਾਨੀ ਕੋਲ ਹੈ ਇੱਕ ਬੜੀ ਵੱਡੀ ਪੋਲੀਟੀਕਲ ਲੜਾਈ ਲੜ ਰਿਹਾ ਹੈ। ਉਸ ਪੋਲੀਟੀਕਲ ਲੜਾਈ ਵਿੱਚ ਜਦੋਂ ਔਰਤਾਂ ਨੇ ਆਪਣੀ ਲੀਡਰਸ਼ਿਪ ਦਿਖਾਈ ਹੈ ਤੇ ਉਹਨਾਂ ਨੇ ਸਾਡੀਆਂ ਬਣੀਆਂ ਹੋਈਆਂ ਜਿਹੜੇ ਸਮਾਜਿਕ ਸੱਭਿਆਚਾਰਕ ਮੁੱਲ ਹੈ ਉਹਨਾਂ ਨੂੰ ਵੀ ਚੁਣੌਤੀ ਦਿੱਤੀ ਹੈ। ਅੱਜ ਅਗਰ ਔਰਤਾਂ ਇਸ ਤਰ੍ਹਾਂ ਖੜੀਆਂ ਹੋਈਆਂ ਮਰਦਾਂ ਦੇ ਬਰਾਬਰ ਬੈਠੀਆਂ ਹੈ ਤੇ ਉਹ ਸਵੀਕਾਰ ਕੀਤੀਆਂ ਜਾ ਰਹੀਆਂ। ਮੈਂ ਇੱਥੇ ਬਾਰ-ਬਾਰ ਆਉਂਦੀ ਹਾਂ, ਮੈਂ ਕਦੀ ਇਹ ਮਹਿਸੂਸ ਨਹੀਂ ਕੀਤਾ ਕਿ ਮੈਂ ਔਰਤ ਆ। ਮੈਂ ਬਰਾਬਰ ਦੀ ਆਪਣੇ ਆਪ ਨੂੰ ਇੱਥੇ ਇੱਕ ਮੈਂਬਰ ਸਮਝਦੀ ਹਾਂ। ਇਹ ਲੜਾਈ ਹੈ, ਇਹ ਲੰਬੀ ਲੜਾਈ ਹੈ, ਇਹ ਚੱਲੇਗੀ ਵੀ। ਇਹ ਕੱਪੜਿਆਂ ਦੀ ਲੜਾਈ ਜਾਂ ਖੁੱਲ੍ਹੇਪਨ ਦੀ ਲੜਾਈ ਜਾਂ ਬਾਹਰ ਵਿਚਰਨ ਦੀ ਲੜਾਈ, ਜਿਸ ਤਰ੍ਹਾਂ ਕਿ ਮੈਂ ਪਹਿਲੇ ਕਿਹਾ ਸੀ, ਇਹ ਉਸ ਵੰਡ ਦੇ ਨਾਲ, ਉਸ ਬਾਈਨਰੀ ਦੇ ਨਾਲ ਜੁੜੀ ਹੋਈ ਹੈ ਕਿ ਔਰਤ ਵਾਸਤੇ ਇਨਸਾਈਡ ਮਤਲਬ ਅੰਦਰ ਤੇ ਮਰਦਾਂ ਵਾਸਤੇ ਬਾਹਰ, ਤੇ ਜੇ ਉਹ ਬਾਹਰ ਪੈਰ ਪੁੱਟਦੀ ਹੈ ਤੇ ਉਹਦੇ ਵਿੱਚ ਖਰਾਬੀ ਹੈ। ਪਰ ਉਹਨੂੰ ਹੀ ਚੈਲੰਜ ਕਰਨਾ ਹੈ ਔਰ ਉਹ ਚੈਲੰਜ ਹੋ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਅੱਗੇ ਵਧ ਰਹੇ ਹਾਂ ਤੇ ਇਹਦੇ ਵਿੱਚ ਸਾਡੀਆਂ ਨੌਜਵਾਨ ਜਿਹੜੀਆਂ ਬੱਚੀਆਂ ਹੈ ਜਿਨ੍ਹਾਂ ਨੇ ਇਸ ਕੋਲ ਦੇ ਵਿੱਚ ਸ਼ਾਨਦਾਰ ਜਿਹੜੀ ਪਾਰਟਿਸਿਪੇਸ਼ਨ ਹੈ ਉਹ ਦਿਖਾਈ ਹੈ। ਸਾਡੇ ਵਰਗੇ ਲੋਕ ਫਿਰ ਵੀ ਥੋੜੀ ਜਿੰਨੀ ਇਹ ਕਹਿ ਦਿੰਦੇ ਆ ਕਿ ਹਾਂ ਸਾਡੇ ਵੀਰ, ਸਾਡੇ ਬਾਪੂ, ਉਹਨਾਂ ਦੀ ਨਜ਼ਰ ਅਸੀਂ ਹੋਰ ਤਰ੍ਹਾਂ ਅਸੀਂ ਸਮਝ ਸਕਦੇ ਹਾਂ। ਪਰ ਸਾਡੀਆਂ ਨੌਜਵਾਨ ਬੱਚੀਆਂ ਨੇ ਕਿਹਾ ਨਹੀਂ, ਹੁਣ ਸਾਡੇ ਕੋਲ ਹੋਰ ਪੇਸ਼ੈਂਸ ਨਹੀਂ ਹੈ, ਅਸੀਂ ਬਰਦਾਸ਼ਤ ਨਹੀਂ ਕਰਾਂਗੀਆਂ। ਤੇ ਠੀਕ ਕਿਹਾ, ਅਸੀਂ ਵੀ ਉਹਨਾਂ ਨੂੰ ਥਾਪੜਿਆ ਔਰ ਬਾਪੂਆਂ ਨੂੰ ਵੀ ਸਮਝਾਇਆ ਕਿ ਕੱਪੜੇ ਕੋਈ ਵੀ ਪਾ ਸਕਦਾ ਹੈ, ਕੋਲ ਦੇ ਨਾਲ ਖੜੀਆਂ ਹੈ ਨਾ, ਕੋਈ ਵੀ ਰਾਤੀ ਕਿਧਰੇ ਵਿਚਰ ਸਕਦਾ ਹੈ। ਇਹ ਐਸੀ ਜਗ੍ਹਾ ਬਣੀ ਸੀ, ਟਿਕਰੀ ਬਾਰਡਰ ਹੋਏ, ਸਿੰਘੂ ਬਾਰਡਰ ਹੋਏ, ਕੁੜੀਆਂ ਨੇ ਵੀ ਪੂਰੀ ਦੀ ਪੂਰੀ ਰਾਤਾਂ ਦਿਨ ਲਗਾ ਦਿੱਤੇ ਇਸ ਕੋਲ ਦੇ ਅੰਦਰ, ਜਗ੍ਹਾ ਬਣਾਈ, ਬਾਹਰ ਨਿਕਲ ਆਈਆਂ ਤੇ ਇਸ ਗੱਲ ਲਈ ਵੀ ਜਗ੍ਹਾ ਬਣਾਈ ਕਿ ਦੂਸਰੇ ਵੀ ਬੰਦੇ ਜਿਹੜੇ ਹੈ ਉਹ ਆਪਣੀਆਂ ਵੈਲਿਊਜ਼ ਨੂੰ ਥੋੜੀ ਸ਼ੇਕ ਕਰ ਸਕਣ। ਉਹਦੀ ਜਗ੍ਹਾ ਬਣੀ ਹੈ, ਉਹਦੀ ਜਗ੍ਹਾ ਬਣੀ ਹੈ। ਤੁਸੀਂ ਬਹੁਤ ਕਹਿ ਲਓ ਬਰੀਕੀ ਦੇ ਨਾਲ ਇਸ ਕੋਡ ਨੂੰ ਵਾਚਿਆ ਔਰ ਔਰਤ ਦੀ ਜਿਹੜੀ, ਕਿਉਂਕਿ ਤੁਸੀਂ ਔਰਤ ਦੇ ਹੱਕਾਂ ਦੇ ਪ੍ਰਤੀ ਲੜਦੇ ਰਹੇ ਔਰ ਇਸ ਚੀਜ਼ ਦੇ ਉੱਤੇ ਡਟ ਕੇ ਪਹਿਰਾ ਦਿੰਦੇ ਰਹੇ ਹੋ, ਕਿਹੜੀਆਂ ਚੀਜ਼ਾਂ ਲੱਗਦੀਆਂ ਕਿ ਬਹੁਤ ਵੱਡੀਆਂ ਪ੍ਰੋਬਲਮਾਂ ਸੀ, ਹੁਣ ਤੁਹਾਨੂੰ ਇਸ ਮੋਰਚੇ ਤੋਂ ਬਾਅਦ ਲੱਗਦਾ ਹੋਵੇ ਇੱਕ ਪਲੇਟਫਾਰਮ ਤਿਆਰ ਹੋ ਗਿਆ ਕਿ ਹੁਣ ਇੱਥੇ ਆ ਕੇ ਉਹ ਚੀਜ਼ਾਂ ਸੌਰਟ ਆਊਟ ਕੀਤੀਆਂ ਜਾ ਸਕਦੀਆਂ? ਕਿਉਂਕਿ ਤੁਸੀਂ ਸ਼ਾਇਦ ਅਸੀਂ ਸੋਚ ਵੀ ਨਹੀਂ ਸਕਦੇ ਜਿੱਦਾਂ ਦੀਆਂ ਪ੍ਰੋਬਲਮਾਂ ਸੁਣੀਆਂ ਹੋਣਗੀਆਂ ਔਰਤਾਂ ਦੀਆਂ ਔਰ ਜਿੱਦਾਂ ਦੀਆਂ ਚੀਜ਼ਾਂ ਨੂੰ ਹੈਂਡਲ ਕੀਤਾ ਹੋਊਗਾ। ਕਾਫੀ ਪ੍ਰੋਬਲਮਸ ਆਈਆਂ ਇੱਥੇ ਮੋਰਚੇ ਤੇ ਵੀ, ਪ੍ਰੋਬਲਮਸ ਤਿੰਨੋਂ ਚਾਰੋਂ ਮੋਰਚਿਆਂ ਤੇ ਆਉਂਦੀਆਂ ਰਹੀਆਂ। ਔਰਤਾਂ ਦੀ ਸੈਕਸ਼ੁਅਲ ਸੇਫਟੀ ਦਾ ਮਾਮਲਾ ਹੈ, ਔਰਤਾਂ ਦੀ ਬੋਡੀਲੀ ਆਟੋਨਮੀ ਦਾ ਮਾਮਲਾ ਹੈ, ਔਰਤਾਂ ਦੀ ਆਪਣੀ ਹਿੰਮਤ ਦਾ ਵੀ ਮਾਮਲਾ ਹੈ ਕਿ ਉਹ ਕਿਸ ਤਰ੍ਹਾਂ ਆਪਣੀ ਜਿਹੜੀ ਪਹਿਚਾਨ ਹੈ ਉਹਨੂੰ ਰੱਖਣਾ ਚਾਹੁੰਦੀਆਂ ਹੈ। ਉਹੋ ਜਿਹੇ ਮਸਲੇ ਇੱਥੇ ਵੀ ਆਏ। ਸਾਡੇ ਨਾਲ ਇੱਕ ਤੁਸੀਂ ਵੀ ਜਾਣਦੇ ਹੋ ਕਿ ਇੱਕ ਬੱਚੀ ਜੋ ਕੈਲਕਟਾ ਤੋਂ ਆਈ ਸੀ, ਮੋਮਿਤਾ, ਜਿਹਦੀ ਬਾਅਦ ਵਿੱਚ ਕੋਰੋਨਾ ਦੇ ਨਾਲ ਡੈਥ ਹੋਈ। ਪਰ ਉਸ ਕੁੜੀ ਦਾ ਸਾਨੂੰ ਪਤਾ ਚੱਲਿਆ ਬਾਅਦ ਵਿੱਚ ਕਿ ਅਸਲ ਵਿੱਚ ਉਹਦੇ ਨਾਲ ਉਹਨੇ ਸਰੀਰਕ ਸ਼ੋਸ਼ਣ ਦੀ ਜਿਹੜੀ ਘਟਨਾ ਉਹਦੇ ਨਾਲ ਹੋਈ ਸੀ ਔਰ ਉਸ ਘਟਨਾ ਨੂੰ ਬਹੁਤ ਜ਼ਿਆਦਾ ਜਿਹੜੀਆਂ ਜਥੇਬੰਦੀ ਵੱਲੋਂ ਟੇਕ ਅਪ ਨਹੀਂ ਕੀਤਾ ਗਿਆ। ਉਦੋਂ ਇਸ ਤਰ੍ਹਾਂ ਦਾ ਮਾਹੌਲ ਬਣਿਆ ਕਿ ਸ਼ਾਇਦ ਇਹ ਕਰਨ ਦੇ ਨਾਲ ਮੋਰਚੇ ਨੂੰ ਠੇਸ ਲੱਗ ਸਕਦੀ ਹੈ, ਇਹ ਮੋਰਚਾ ਬਦਨਾਮ ਹੋ ਸਕਦਾ ਹੈ। ਪਰ ਉਦੋਂ ਵੀ ਅਸੀਂ ਔਰਤਾਂ ਨੇ, ਬਹੁਤ ਸਾਰੀਆਂ ਹੋਰ ਔਰਤਾਂ ਨੇ ਕਿਹਾ ਸੀ ਨਹੀਂ, ਇਹਨੂੰ ਸਿੱਧੇ ਇਹਦੇ ਨਾਲ ਨਜਿੱਠੋ। ਜਿਹੜੇ ਲੋਕਾਂ ਨੇ ਗਲਤੀ ਕੀਤੀ ਹੈ ਉਹਨਾਂ ਦਾ ਨਾਂ ਲਓ, ਉਹਨਾਂ ਨੂੰ ਸਜ਼ਾ ਦਿਓ। ਤੇ ਕੁੜੀਆਂ ਲਈ ਵੀ ਉਹਨਾਂ ਦੇ ਨਾਲ ਸਰੀਰਕ ਸ਼ੋਸ਼ਣ ਹੋਣਾ ਕੋਈ ਨਮੋਸ਼ੀ ਨਹੀਂ ਹੈ, ਇਹ ਨਮੋਸ਼ੀ ਨਹੀਂ ਹੈ, ਟਾਰਚਰ ਹੈ। ਇਹ ਉਹਨਾਂ ਦੇ ਹੱਕ ਦੀ, ਉਹਨਾਂ ਦੇ ਨਾਲ ਕ੍ਰਿਮੀਨਲ ਐਕਟੀਵਿਟੀ ਹੋਈ ਹੈ ਤੇ ਤੁਸੀਂ ਕਿਉਂ ਕ੍ਰਿਮੀਨਲ ਐਕਟੀਵਿਟੀ ਨੂੰ ਸੋਚਦੇ ਹੋ ਕਿ ਉਹ ਮੋਰਚੇ ਨੂੰ ਢਾਹ ਲਗਾ ਸਕਦੀ ਹੈ? ਮੋਰਚਾ ਸਗੋਂ ਮਜ਼ਬੂਤ ਹੋਏਗਾ ਜੇ ਅਸੀਂ ਇਸ ਗੱਲ ਨੂੰ ਸਿੱਧਾ ਕਨਫਰੰਟ ਕਰਾਂਗੇ। ਹਾਂ, ਔਰ ਉਹਦਾ ਫਰਕ ਪਿਆ। ਉਹਦੇ ਨਾਲ ਇੱਕ ਅੰਦਰ ਖਾਤੇ ਕਾਫੀ ਵੱਡੀ ਬਹਿਸ ਚੱਲੀ, ਜਥੇਬੰਦੀਆਂ ਦੇ ਵਿੱਚ ਚੱਲੀ, ਜਥੇਬੰਦੀਆਂ ਦੀਆਂ ਜਿਹੜੀਆਂ ਅੰਦਰੂਨੀ ਮੀਟਿੰਗਾਂ ਹੈ ਉਹਨਾਂ ਦੇ ਵਿੱਚ ਚੱਲੀ। ਜਥੇਬੰਦੀਆਂ, ਬਹੁਤ ਸਾਰੀਆਂ ਜਥੇਬੰਦੀਆਂ, ਉਹਨਾਂ ਵਿੱਚੋਂ ਉਗਰਾਹਾਂ ਜਥੇਬੰਦੀ ਵੀ ਹੈ ਜਿਨ੍ਹਾਂ ਨੇ
ਕਿਹਾ ਕਿ ਅਸੀਂ ਉਸ ਬੱਚੀ ਦੇ ਨਾਲ ਖੜੇ ਹਾਂ ਔਰ ਖੜੇ ਹੋਵਾਂਗੇ। ਫਿਰ ਉਹਦੀ ਰਿਪੋਰਟ ਪੁਲਿਸ ਸਟੇਸ਼ਨ ਵਿੱਚ ਲਿਖਵਾਈ ਗਈ ਔਰ ਉਹ ਜਿਹੜਾ ਮਾਮਲਾ ਹੈ ਉਹ ਚੱਲ ਰਿਹਾ ਹੈ। ਅਫਸੋਸਨਾਕ ਗੱਲ ਹੈ ਕਿ ਉਹ ਬੱਚੀ ਕੈਲਕਟਾ ਤੋਂ ਆਈ ਸੀ ਇਸ ਮੂਵਮੈਂਟ ਤੋਂ ਇੰਸਪਾਇਰ ਹੋ ਕੇ ਔਰ ਉਹਦੀ ਜਾਨ ਇਸ ਤਰ੍ਹਾਂ ਚਲੀ ਗਈ। ਮੈਨੂੰ ਇਹ ਵੀ ਲੱਗਦਾ ਹੈ ਕਿ ਇੱਕ ਆਵਾਜ਼ ਜਿਹੜੀ ਮੈਂ ਬਾਰ-ਬਾਰ ਮੈਂ ਹਾਲੀ ਉਹ ਲਿਸਟ ਨਹੀਂ ਦੇਖੀ ਜਿਹਦੇ ਵਿੱਚ 700 ਤੋਂ ਜ਼ਿਆਦਾ ਜਿਹੜੇ ਸ਼ਹੀਦ ਔਰਤਾਂ ਆਦਮੀ ਹੈ ਇਸ ਮੋਰਚੇ ਦੇ, ਉਹਨਾਂ ਦੀ ਫੋਟੋ ਹੈ, ਪਰ ਮੈਂ ਚਾਹੁੰਦੀ ਹਾਂ ਕਿ ਮੌਮਿਤਾ ਬਿਲਕੁਲ ਉਸ ਦੇ ਵਿੱਚ ਸ਼ਾਮਲ ਹੋਏ, ਮੌਮਿਤਾ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਨਾ ਕੀਤੀ ਜਾਏ। ਮੌਮਿਤਾ ਵੀ ਇਸ ਮੋਰਚੇ ਦੀ ਸ਼ਹੀਦ ਹੈ। ਜੇ ਮੁਹਾਜ਼ ਦੀ ਗੱਲ ਕਰੀਏ, ਚਾਹੇ ਉਹ ਸਰੀਰਕ ਪੱਧਰ ਦੇ ਉੱਤੇ ਹੋਵੇ, ਰਾਜਨੀਤਿਕ ਪੱਧਰ ਤੇ ਹੋਵੇ, ਸਮਾਜਿਕ ਪੱਧਰ ਤੇ ਹੋਵੇ, ਕਿਹੜੀਆਂ ਲੜਾਈਆਂ ਤੁਹਾਨੂੰ ਲੱਗਦੀਆਂ ਕਿ ਚੁਣੌਤੀ ਬਣ ਕੇ ਔਰਤਾਂ ਦੇ ਸਾਹਮਣੇ ਖੜੀਆਂ ਹੋਈਆਂ ਔਰ ਕਿਸ ਮੁਹਾਜ਼ ਦੇ ਉੱਤੇ ਹੁਣ ਲੜਨਾ ਪਊਗਾ? ਔਰਤਾਂ ਦੇ ਉੱਤੇ ਹਮਲੇ ਕਈ ਕਿਸਮ ਦੇ ਹੈ। ਸਾਡੇ ਮੁਲਕ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਔਰਤਾਂ ਦੀ ਸਰੀਰਕ ਹਿੰਸਾ ਦੇ ਮਾਮਲੇ ਬਹੁਤ ਵਧੇ ਹੈ। ਅਸੀਂ ਦੇਖਿਆ ਕਿ ਕਿਸ ਤਰ੍ਹਾਂ ਹਾਥਰਸ ਵਾਲਾ ਕੇਸ ਹੋਇਆ ਜਾਂ ਬਹੁਤ ਸਾਰੇ ਕੇਸ ਹੈ ਜਿਨ੍ਹਾਂ ਦੇ ਵਿੱਚ, ਔਰ ਜਿਹੜੇ ਉਹ ਕੇਸ ਵੀ ਹੋਏ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਕੇਸਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ, ਕਿਸ ਤਰ੍ਹਾਂ ਐਵੀਡੈਂਸ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ, ਕਿਸ ਤਰ੍ਹਾਂ ਜਿਹੜੇ ਉਹ ਕੇਸਾਂ ਬਾਰੇ ਬੋਲ ਰਹੇ ਸੀ ਉਹਨਾਂ ਦੀ ਆਵਾਜ਼ ਨੂੰ ਕ੍ਰਿਮੀਨਲ ਕੀਤਾ ਗਿਆ। ਹਾਥਰਸ ਦੀ ਜਦੋਂ ਬੱਚੀ ਦਾ ਬਲਾਤਕਾਰ ਹੋਇਆ ਔਰ ਫਿਰ ਉਹ ਸਾੜ ਦਿੱਤੀ ਗਈ ਤਾਂ ਕਿ ਐਵੀਡੈਂਸ ਮਿਟਾਇਆ ਜਾ ਸਕੇ, ਉਸ ਪੱਤਰਕਾਰ ਜਿਹੜਾ ਉਹਨੂੰ ਦੇਖਣ ਜਾ ਰਿਹਾ ਸੀ ਕੱਪਨ, ਉਹਦੇ ਉੱਤੇ UAPA ਲਗਾ ਕੇ ਉਹਨੂੰ ਯੂਪੀ ਸਰਕਾਰ ਨੇ ਉਹਨੂੰ ਅੰਦਰ ਸੁੱਟਿਆ ਹੋਇਆ ਹੈ। ਸੋ ਔਰਤਾਂ ਦੀ ਈਵਨ ਜਿਹੜੀ ਸਰੀਰਕ ਸੁਰੱਖਿਆ ਦਾ ਮਾਮਲਾ ਹੈ ਉਹ ਹੀ ਵੈਪਨਾਈਜ਼ ਹੋ ਚੁੱਕਿਆ ਹੈ। ਜਿਹੜੀ ਅੱਜ ਦੀ ਸਾਡੀ ਮੌਜੂਦਾ ਸਰਕਾਰਾਂ ਹੈ ਉਹ ਉੱਤੋਂ ਤੇ ਬੜਾ ਕੁਝ ਕਹਿੰਦੀਆਂ ਹੈ ਕਿ ਅਸੀਂ ਔਰਤਾਂ ਵਾਸਤੇ ਇਹ ਕਰਨਾ ਚਾਹੁੰਦੇ ਹਾਂ, ਪਰ ਅਸਲ ਵਿੱਚ ਉਹ ਔਰਤਾਂ ਦੀ ਜਿਹੜੀ ਲੜਾਈ ਦੀ ਜ਼ਮੀਨ ਹੈ ਉਹੀ ਦੇਣ ਨੂੰ ਤਿਆਰ ਨਹੀਂ ਹੈ, ਉਹਨੂੰ ਹੀ ਉਹਨਾਂ ਨੇ ਵੈਪਨਾਈਜ਼ ਕੀਤਾ ਹੋਇਆ ਹੈ। ਤੇ ਔਰਤਾਂ ਦੇ ਉੱਤੇ ਸਾਡੀਆਂ ਬਹੁਤ ਸਾਰੀਆਂ ਬੱਚੀਆਂ, ਅਸੀਂ ਦੇਖਿਆ ਕਿ ਜਦੋਂ ਇੱਥੇ ਦਿੱਲੀ ਦੇ ਵਿੱਚ NRC ਤੇ NTCA ਕੋਲ ਚੱਲ ਰਿਹਾ ਸੀ, ਉਹ ਕਿਸ ਤਰ੍ਹਾਂ ਦਾ ਵੱਡਾ ਕੋਲ ਸੀ ਜਿਹਦੀ ਇੱਕ ਵਾਰੀ ਫਿਰ ਜਿਹਦੀ ਨੇਤਰਤਵ ਸੀ ਉਹ ਔਰਤਾਂ ਕਰ ਰਹੀਆਂ ਸੀ। ਉਹਦੇ ਬਾਅਦ ਕੁਝ ਸਾਜ਼ਿਸ਼ ਕਰਕੇ ਦਿੱਲੀ ਦੇ ਵਿੱਚ ਦੰਗੇ ਕਰਾਏ ਜਾਂਦੇ ਹੈ ਤੇ ਫਿਰ ਉਹਨਾਂ ਦੰਗਿਆਂ ਦੀ ਪੜਤਾਲ ਦੇ ਨਾਂ ਥੱਲੇ ਨੌਜਵਾਨ ਬੱਚੀਆਂ ਨੂੰ ਕੈਦ ਕਰ ਲਿੱਤਾ ਜਾਂਦਾ ਹੈ। ਸਾਡੀ ਨਤਾਸ਼ਾ ਨਰਵਾਲ ਹਰਿਆਣਾ ਦੀ ਬੱਚੀ, ਦੇਵਾਂਗਨਾ ਕਲੀਤਾ, 3 ਮੁਸਲਮਾਨ ਬੱਚੀਆਂ, ਇਸ਼ਰਤ ਜਹਾਂ, ਗੁਲਫਿਸ਼ਾ, ਇਹਨਾਂ ਨੂੰ ਅੰਦਰ ਕਰ ਦਿੱਤਾ ਜਾਂਦਾ ਹੈ ਵੱਡੀਆਂ ਧਾਰਾਵਾਂ ਲਗਾ ਕੇ, ਕਿਉਂਕਿ ਸਾਡੀ ਰਿਆਸਤ ਜਿਹੜੀ ਹੈ ਉਹ ਕੁੜੀਆਂ ਤੋਂ ਵੀ ਡਰਦੀ ਹੈ ਔਰ ਕੁੜੀਆਂ ਨੇ ਪਰ ਉਹ ਪਰਚਮ ਚੁੱਕਿਆ ਹੈ ਔਰ ਬਹੁਤ ਵੱਡਾ ਚੁੱਕਿਆ ਹੈ। ਇਸ ਲੜਾਈ ਸ਼ੁਰੂ ਭਾਵੇਂ ਅਲੱਗ-ਅਲੱਗ ਨੇ, ਸਰੀਰਕ ਸੁਰੱਖਿਆ ਦੀ ਹੋਏ, ਨਾਗਰਿਕਤਾ ਦੇ ਹੱਕਾਂ ਦੀ ਹੋਏ, ਨੌਕਰੀਆਂ ਦੀ ਹੋਏ, ਸਾਡੀਆਂ ਆਂਗਨਵਾੜੀਆਂ ਦੇ ਵਿੱਚ ਭੈਣਾਂ ਲੜ ਰਹੀਆਂ ਨੇ, ਨਰਸਾਂ ਨੇ, ANMs ਨੇ, ਜਿਹੜੇ ਐਸੇ ਕਿੱਤੇ ਨੇ ਜਿਨ੍ਹਾਂ ਨੂੰ ਔਰਤਾਂ ਦਾ ਕਿੱਤਾ ਮੰਨਿਆ ਜਾਂਦਾ ਹੈ ਤੇ ਜਿਨ੍ਹਾਂ ਵਿੱਚ ਉਹਨਾਂ ਦਾ ਬੇਹੱਦ ਸ਼ੋਸ਼ਣ ਹੁੰਦਾ ਹੈ, ਸਿਰਫ ਸਰੀਰਕ ਹੀ ਨਹੀਂ, ਸਮਾਜਿਕ ਔਰ ਆਰਥਿਕ ਸ਼ੋਸ਼ਣ। ਅੱਜ ਉਹ ਔਰਤਾਂ ਵੀ ਬਾਹਰ ਆ ਕੇ ਲੜ ਰਹੀਆਂ, ਉਹ ਇਹਨਾਂ ਮੰਚਾਂ ਤੇ ਵੀ ਆਈਆਂ, ਕਿਸਾਨੀ ਕੋਲ ਵਿੱਚ ਵੀ ਆਈਆਂ। ਇਹ ਸਾਰੀ ਚੀਜ਼ਾਂ ਦੇ ਨਾਲ ਇੱਕ ਜਿਹੜਾ ਪਲੇਟਫਾਰਮ ਹੈ ਸੰਘਰਸ਼ ਦਾ ਉਹ ਬਹੁਤ ਜਿਹੜਾ ਹੈ ਉਹ ਖੁੱਲਿਆ ਹੈ, ਉਹ ਵਧਿਆ ਹੈ ਤੇ ਇੱਕ ਬੜਾ ਚੰਗਾ ਸ਼ਗਨ ਹੈ। ਮੇਰਾ ਆਖਰੀ ਸਵਾਲ ਹੈ ਕਿ ਇਸ ਮੋਰਚੇ ਦੀ ਅੱਖ ਦੇ ਵਿੱਚੋਂ ਜੇ ਦੇਖਣਾ ਹੋਵੇ, ਇੱਕ ਉਹ ਔਰਤਾਂ ਸਾਡੀਆਂ ਮਾਵਾਂ ਜਿਨ੍ਹਾਂ ਦੇ ਬਾਰੇ ਚ ਕੰਗਣਾ ਰਣੌਤ ਵਰਗੀਆਂ ਔਰਤਾਂ ਨੇ ਬੜਾ ਕੁਝ ਬੋਲਿਆ ਔਰ ਉਹ ਕੁੱਬੀਆਂ ਡਿੱਗਦੀਆਂ ਢਹਿੰਦੀਆਂ ਸੋਟੀਆਂ ਦੇ ਸਹਾਰੇ ਲੈ ਕੇ ਆ ਕੇ ਇਹਨਾਂ ਮਰਦਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਖੜ ਗਈਆਂ। ਇੱਕ ਪਾਸੇ ਬਹੁਤ ਪੜ੍ਹੀਆਂ ਲਿਖੀਆਂ ਤੁਹਾਡੇ ਵਰਗੀਆਂ ਔਰਤਾਂ ਜਿਨ੍ਹਾਂ ਨੇ ਆਪਣੇ ਤਰੀਕੇ ਨਾਲ ਮੋਰਚੇ ਨੂੰ ਸਪੋਰਟ ਕੀਤਾ, ਦੂਜੇ ਪਾਸੇ ਸਾਡੀਆਂ ਉਹ ਮਾਵਾਂ ਜਿਨ੍ਹਾਂ ਨੂੰ ਅੱਜ ਤੱਕ ਕਦੇ ਉਹਨਾਂ ਨੇ ਮੇਰੇ ਖਿਆਲ ਦੇ ਵਿੱਚ ਆਪਣੇ ਪੇਕੇ ਸਹੁਰੇ ਤੋਂ ਗਾਂਹ ਵਾਲੇ ਸ਼ਹਿਰ ਦੇ ਵਿੱਚ ਵੜੀਆਂ ਹੀ ਨਹੀਂ ਹੋਣੀਆਂ ਤੇ ਦਿੱਲੀ ਦੇ ਵਿੱਚ ਪਿਛਲੇ ਕਹਿ ਲਓ 1 ਸਾਲ ਤੋਂ ਡਟੀਆਂ ਬੈਠੀਆਂ ਸੜਕਾਂ ਦੇ ਉੱਤੇ ਰੌਣਕਾਂ ਲਾਈਆਂ ਹੋਈਆਂ ਉਹਨਾਂ ਨੇ। ਮੋਰਚੇ ਦੀ ਅੱਖ ਦੇ ਵਿੱਚੋਂ ਇਹਨਾਂ ਔਰਤਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਦਲਾਅ ਦੇਖ ਰਹੇ ਹੋ? ਕਿਵੇਂ ਪੂਰੇ ਦੇ ਪੂਰਾ ਜਿਹੜਾ ਸੰਸਾਰ ਪੰਜਾਬ ਦੀਆਂ ਔਰਤਾਂ ਨੂੰ ਜਾਂ ਹਰਿਆਣੇ ਦੀਆਂ ਔਰਤਾਂ ਨੂੰ ਦੇਖੂਗਾ ਤੇ ਕਿਵੇਂ ਭਾਰਤ ਦੀ ਸਰਕਾਰ ਦੇਖੂਗੀ?
ਜਹਾਨ ਹੁਣ ਔਰਤਾਂ ਨੂੰ, ਪੰਜਾਬ ਦੀਆਂ, ਹਰਿਆਣਾ ਦੀਆਂ, ਵੈਸਟਰਨ ਯੂਪੀ ਦੀਆਂ ਔਰਤਾਂ ਨੂੰ ਇੱਕ ਨਵੀਂ ਨਜ਼ਰ ਨਾਲ ਵੇਖੇਗਾ, ਤੇ ਜੇ ਨਜ਼ਰ ਉਹ ਨਹੀਂ ਹੈ ਤੇ ਉਹਨਾਂ ਨੂੰ ਉਹ ਨਜ਼ਰ ਹੁਣ ਬਣਾਉਣੀ ਪਏਗੀ। ਜਦੋਂ ਸ਼ੁਰੂ ਵਿੱਚ ਮੈਨੂੰ ਯਾਦ ਹੈ ਕਿ 26-27 ਨਵੰਬਰ ਨੂੰ ਹੀ ਇਹ ਸਾਰੇ ਲੋਕ ਆਏ, ਉਦੋਂ ਵੀ ਔਰਤਾਂ ਵੱਡੀ ਗਿਣਤੀ ਵਿੱਚ ਆਈਆਂ ਸੀ, ਤੇ ਜਰਨਲਿਸਟਾਂ ਨੂੰ ਵੀ ਸਮਝ ਨਹੀਂ ਆ ਰਹੀ ਸੀ, ਜਿਹੜੇ ਦਿੱਲੀ ਦੇ ਜਰਨਲਿਸਟ ਸੀ, ਕਿ ਇਹ ਕਿੱਥੋਂ ਆ ਗਈਆਂ। ਉਹਨਾਂ ਨੂੰ ਉਮੀਦ ਨਹੀਂ ਸੀ, ਉਹਨਾਂ ਨੇ ਪੜ੍ਹਿਆ ਨਹੀਂ, ਉਹਨਾਂ ਦੀ ਅਨਪੜ੍ਹਤਾ ਸੀ, ਉਹਨਾਂ ਦੀ ਜਹਾਲਤ ਆਪਣੀ ਸੀ, ਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਸਾਡੀਆਂ ਯੂਨੀਅਨਾਂ ਦਾ ਕੀ ਇਤਿਹਾਸ ਰਹੇ ਨੇ, ਔਰਤਾਂ ਨੇ ਕਿਵੇਂ ਉਹਨਾਂ ਦੇ ਵਿੱਚ ਹਿੱਸਾ ਵੀ ਲਿਆ। ਤੇ ਉਹ ਵੀ ਕਹਿੰਦੇ ਰਹੇ, ਇਹ ਔਰतें ਕਹਾਂ ਸੇ ਆ ਗਈ, ਇਹ ਔਰतें ਕੌਣ ਹੈ। ਉਹ ਮੈਨੂੰ ਪੁੱਛਦੇ ਸੀ, ਸਮਝਾਓ ਕਿ ਇਹ ਔਰਤਾਂ ਕੌਣ ਹੈ। ਉਹਨਾਂ ਨੂੰ ਵੀ ਫਿਰ ਉਹਨਾਂ ਦੀ ਨਜ਼ਰ ਖੁੱਲੀ। ਫਿਰ ਅਸੀਂ ਬਾਅਦ ਵਿੱਚ ਦੇਖਦੇ ਰਹੇ ਕਿ ਜਿਹੜੇ ਵੀ ਮੀਡੀਆ ਦੇ ਚੈਨਲਸ ਹੈ, ਉਹਨਾਂ ਸਭ ਨੇ ਫਿਰ ਔਰਤਾਂ ਨੂੰ ਦਿਖਾਣਾ ਸ਼ੁਰੂ ਕੀਤਾ। ਜਿਸ ਤਰ੍ਹਾਂ ਬੋਲੀਆਂ, ਜਿੰਨੇ ਲੀਡਰ ਪੈਦਾ ਹੋਏ ਹੈ, ਜਿਸ ਤਰ੍ਹਾਂ ਉਹਨਾਂ ਨੇ ਆਪਣੀਆਂ ਗੱਲ ਰੱਖੀ, ਜਗ੍ਹਾ ਜਗ੍ਹਾ ਰੱਖੀ। ਸਿਰਫ ਸਾਡੇ ਕੋਲ ਇੱਕ ਹੀ ਜਸਬੀਰ ਨਾਥ ਤੇ ਇੱਕ ਹੀ ਬਿੰਦੂ ਭੈਣ ਇਹ ਨਹੀਂ ਹੈ, ਹੁਣ ਸਾਡੇ ਕੋਲ ਲੰਬੀਆਂ ਕਤਾਰਾਂ ਹੈ ਔਰਤ ਲੀਡਰਾਂ ਦੀਆਂ, ਜਿਨ੍ਹਾਂ ਨੇ ਜਿਹੜੀਆਂ ਇਸ ਕੋਲ ਨੇ ਪੈਦਾ ਕੀਤੀਆਂ ਹੈ। ਇਹ ਇਸ ਕੋਲ ਦੀ ਇੱਕ ਇੰਨੀ ਵੱਡੀ ਦੇਣ ਹੈ ਜਿਹੜੀ ਹਮੇਸ਼ਾ ਯਾਦ ਰੱਖੀ ਜਾਏਗੀ, ਕਿ ਔਰਤਾਂ ਨੂੰ ਇੱਕ ਕਿੱਥੋਂ ਘਰ, ਖੇਤ, ਪਿੰਡ ਤੋਂ ਕੱਢ ਕੇ ਸੰਘਰਸ਼ ਦੇ ਮੈਦਾਨਾਂ ਦੇ ਵਿੱਚ ਦਾ ਜਿਹੜਾ ਸਫ਼ਰ ਹੈ, ਪਰ ਉਹ ਔਰਤਾਂ ਨੇ ਆਪਣੇ ਬਲਬੂਤੇ ਦੇ ਨਾਲ ਤੈਅ ਕੀਤਾ ਹੈ। ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਸੀ ਕਿ ਔਰਤਾਂ ਦਾ ਇੱਥੇ ਕੀ ਕੰਮ, ਔਰਤਾਂ ਨੂੰ ਵਾਪਸ ਭੇਜ ਦਿਓ, ਉਹਨਾਂ ਨੂੰ ਠੰਡ ਲੱਗਦੀ ਹੋਏਗੀ, ਉਹਨਾਂ ਨੂੰ ਨਹੀਂ। ਔਰਤਾਂ ਨੇ ਕਿਹਾ, ਅਸੀਂ ਕੋਈ ਸਮਾਨ ਨਹੀਂ ਆ, ਅਸੀਂ ਕੋਈ ਆਟੇ ਦਾਲ ਦੀਆਂ ਬੋਰੀਆਂ ਨਹੀਂ ਆ ਕਿ ਜਿਨ੍ਹਾਂ ਨੂੰ ਜਦੋਂ ਟਰਾਲੀਆਂ ਭਰ ਕੇ ਮਰਦ ਕਿਸਾਨ ਇੱਥੇ ਆ ਰਹੇ ਸੀ ਨਾਲ ਰੱਖ ਲਿਆਏ, ਤੇ ਹੁਣ ਸੁਪਰੀਮ ਕੋਰਟ ਨੇ ਕਿਹਾ ਵਾਪਸ ਜਾਂਦੀਆਂ। ਅਸੀਂ ਹੱਕ ਮੰਗਦੀਆਂ ਔਰਤਾਂ, ਤੇ ਹੱਕ ਲੈ ਕੇ ਜਾਵਾਂਗੀਆਂ। ਤੇ ਜਦੋਂ ਔਰਤਾਂ ਨੇ ਇਹ ਕਿਹਾ, ਤੇ ਸੁਪਰੀਮ ਕੋਰਟ ਨੂੰ ਵੀ ਕੰਨ ਹੋ ਗਏ, ਤੇ ਬਾਕੀ ਸਾਰੇ ਸਮਾਜ ਨੂੰ ਵੀ ਹੋ ਗਏ ਕੰਨ, ਕਿ ਇਹ ਔਰਤਾਂ ਨਹੀਂ ਹੈ ਜਿਨ੍ਹਾਂ ਨੂੰ ਐਵੇਂ ਹੀ ਲੱਦ ਕੇ ਲਿਆ ਕੇ ਬਿਠਾ ਦਿੱਤਾ ਗਿਆ ਹੈ। ਉਹਨਾਂ ਨੇ, ਮੈਨੂੰ ਇੱਕ ਗੱਲ ਬਹੁਤ ਜ਼ਰੂਰੀ ਲੱਗਦੀ ਹੈ ਸਮਝਣੀ, ਕਿ ਸਾਡੀ ਅੱਧੀ ਆਬਾਦੀ ਔਰਤਾਂ ਦੀ ਹੈ। ਜੇ ਅੱਧੀ ਆਬਾਦੀ ਨੂੰ ਘਰ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ, ਤੇ ਸੰਘਰਸ਼ ਤੇ ਆਪਣੇ ਆਪ ਹੀ ਅੱਧਾ ਰਹਿ ਗਿਆ। ਤੇ ਔਰਤਾਂ ਨੇ ਇਹ ਪ੍ਰੂਵ ਕਰ ਦਿੱਤਾ ਹੈ ਕਿ ਅਸੀਂ ਸੰਘਰਸ਼ ਦੂਣੇ ਚੌਣੇ ਕਰਨੇ ਹੈ, ਸੰਗੋੜਨੇ ਨਹੀਂ ਹੈ। ਤੇ ਉਹ ਅੱਜ ਇਸ ਮੋਰਚੇ ਦੀ ਇੱਕ ਚੀਜ਼ ਜੇ ਵੇਖਣੀ ਹੋਏ ਤਾਂ ਮੈਂ ਕਹਿੰਦੀ ਹਾਂ ਕਿ ਔਰਤਾਂ ਜਿਸ ਤਰ੍ਹਾਂ ਬਾਹਰ ਆਈਆਂ, ਤੇ ਜਿਹੜੀ ਉਹਨਾਂ ਨੇ ਸਟੇਟ ਤੋਂ ਅਕਾਊਂਟੇਬਿਲਿਟੀ ਮੰਗੀ, ਉਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਮਿਸਾਲ ਹੈ। ਮੇਰੀ ਆਖਰੀ ਸਵਾਲ ਤੋਂ ਬਾਅਦ ਇੱਕ ਖਾਸ ਸਵਾਲ ਜਿਹੜਾ ਮੇਰੇ ਜ਼ਿਹਨ 'ਚ ਆਇਆ, ਔਰ ਮੈਂ ਪੁੱਛੇ ਬਿਨਾਂ ਖੁਦ ਨੂੰ ਰੋਕ ਨਹੀਂ ਸਕਦੀ। ਤੁਸੀਂ ਭਾਈ ਗੁਰਸ਼ਰਨ ਸਿੰਘ ਜੀ ਦੇ ਬੇਟੀ ਹੋ, ਤੇ ਤੁਸੀਂ ਵੀ ਜਾਣਦੇ ਹੋ, ਤੇ ਸਾਰੇ ਦਰਸ਼ਕ ਜਾਣਦੇ ਕਿ ਪੰਜਾਬ ਦੇ ਲੋਕ, ਦੂਰਦਰਸ਼ਨ ਨਾਲ ਜੁੜੇ ਹੋਏ ਲੋਕ ਖਾਸ ਤੌਰ ਤੇ ਕਿੰਨੇ ਪਿਆਰ ਨਾਲ ਉਹਨਾਂ ਦੇ ਨਾਲ ਜੁੜੇ ਹੋਏ ਆ, ਤੇ ਅੱਜ ਵੀ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਜਿਉਂਦੇ ਨੇ। ਜੇ ਅੱਜ ਉਹ ਇੱਥੇ ਹੁੰਦੇ, ਤੇ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕਿਵੇਂ ਦੀ ਹੋਣੀ ਸੀ ਉਹਨਾਂ ਦੀ? ਅਸੀਂ ਕਈ ਵਾਰੀ ਸੋਚਦੇ ਰਹੇ ਕਿ ਅੱਜ ਇੱਕ ਨਾਟਕ ਬਣ ਜਾਣਾ ਸੀ। ਅੱਜ ਇੱਕ ਜਦੋਂ ਪਿਛਲੇ 1 ਸਾਲ ਤੋਂ ਉਹਨਾਂ ਨੇ ਮੋਰਚੇ ਦੇ ਨਾਲ ਪੂਰੀ ਆਪਣੀ ਜ਼ੋਰ ਦੇ ਨਾਲ, ਹਿੰਮਤ ਦੇ ਨਾਲ, ਤੇ ਪੂਰੇ ਤਨ ਮਨ ਨਾਲ ਖੜੇ ਹੋਣਾ ਸੀ। ਤੇ ਮੈਂ ਤੁਹਾਨੂੰ ਦੱਸਾਂ, ਉਹ ਹੁਣ ਵੀ ਖੜੇ ਨੇ। ਉਹ ਉੱਥੇ ਇੱਕ ਵੈਨ ਖੜੀ ਹੈ ਜਿਹੜੀ ਲਾਇਬ੍ਰੇਰੀ ਦੀ, ਉਹਦੇ ਵਿੱਚ ਇੱਕ ਵੱਡੀ ਤਸਵੀਰ ਹੈ ਸਰਦਾਰ ਗੁਰਸ਼ਰਨ ਸਿੰਘ ਨਾਟਕਕਾਰ ਦੀ। ਉਹ ਹਾਲੀ ਵੀ ਇਸ ਨੂੰ ਦੇਖ ਰਹੇ ਨੇ, ਤੇ ਉੱਤੋਂ ਖੜੇ ਜ਼ਿੰਦਾਬਾਦ ਕਹਿ ਰਹੇ ਨੇ, ਔਰ ਉਹਨਾਂ ਦੀ ਜ਼ਿੰਦਾਬਾਦ ਸਾਰਿਆਂ ਨੂੰ ਮਿਲ ਵੀ ਰਹੀ ਹੈ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ, ਟਾਈਮ ਕੱਢਿਆ ਤੁਸੀਂ। ਇਹ ਸਨ ਨਵਸ਼ਰਨ ਕੌਰ, ਜਿਹੜੇ ਕਿ ਗੁਰਸ਼ਰਨ ਭਾਜੀ ਦੇ ਬੇਟੀ ਨੇ, ਔਰ ਮਨੁੱਖੀ ਅਧਿਕਾਰਾਂ ਦੇ ਲਈ ਔਰ ਔਰਤਾਂ ਦੇ ਅਧਿਕਾਰਾਂ ਦੇ ਲਈ ਸਿਰ ਤੋੜ ਯਤਨ ਕਰ ਰਹੇ ਨੇ, ਔਰ ਮੋਰਚੇ ਦੇ ਵਿੱਚ ਪਿਛਲੇ ਪੂਰੇ 1 ਸਾਲ ਤੋਂ ਲਗਾਤਾਰ ਸ਼ਮੂਲੀਅਤ ਦੇ ਨਾਲ ਇੱਥੇ ਰਹਿ ਰਹੇ ਨੇ। ਸੋ ਹਰ ਸਟੋਰੀ ਸ਼ੋਅ ਦੇ ਵਿੱਚ ਇਹ ਨੇ, ਫਿਰ ਦੁਬਾਰਾ ਮਿਲਦੇ ਹਾਂ। ਦਿਓ ਇਜਾਜ਼ਤ।